ਹੈਲੋ ਫਰੈਂਡਸ, ਸਵਾਗਤ ਹੈ ਜੀ ਤੁਹਾਡਾ ਅੱਜ ਦੀ ਆਪਣੀ ਨਿਊ ਵੀਡੀਓ ਵਿੱਚ। ਅੱਜ ਦਾ ਆਪਣਾ ਟੌਪਿਕ ਹੈ ਜੀ ਮੌਰੀਆ ਕਾਲ। ਇਸ ਦਾ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪਾਰਟ 2। ਮੌਰੀਆ ਕਾਲ ਦਾ ਇੱਕ ਪਾਰਟ ਜੀ ਆਪਾਂ ਆਲਰੇਡੀ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੀ, ਜਿਸ ਵਿੱਚ ਆਪਾਂ ਗੱਲ ਕੀਤੀ ਸੀ ਮੌਰੀਆ ਕਾਲ ਦੇ ਵੱਖ-ਵੱਖ ਸ਼ਾਸਕਾਂ ਬਾਰੇ, ਜਿਸ ਵਿੱਚ ਆਪਾਂ ਪੜ੍ਹਿਆ ਸੀ ਜੀ ਚੰਦਰਗੁਪਤ ਮੌਰੀਆ ਬਾਰੇ, ਬਿੰਦੂਸਾਰ ਬਾਰੇ, ਅਸ਼ੋਕ ਬਾਰੇ ਤੇ ਜੀ ਮੌਰੀਆ ਵੰਸ਼ ਦੇ ਆਖਰੀ ਸ਼ਾਸਕ ਬਾਰੇ। ਅੱਜ ਦੇ ਪਾਰਟ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਮੌਰੀਆ ਕਾਲ ਦੇ ਸਮੇਂ ਦੇ ਪ੍ਰਸ਼ਾਸਨ ਬਾਰੇ, ਉਸ ਸਮੇਂ ਜੀ ਜੋ ਕਲਾ ਦਾ ਵਿਕਾਸ ਹੋਇਆ ਉਸ ਦੇ ਬਾਰੇ, ਅਤੇ ਅੰਤ ਵਿੱਚ ਆਪਾਂ ਗੱਲ ਕਰਾਂਗੇ ਜੀ ਅਸ਼ੋਕ ਦੇ ਧਰਮ ਬਾਰੇ। ਜੇਕਰ ਤੁਸੀਂ ਮੌਰੀਆ ਕਾਲ ਦੀ ਫਸਟ ਵੀਡੀਓ ਨਹੀਂ ਦੇਖੀ ਜੀ ਤਾਂ ਉਸ ਦਾ ਲਿੰਕ ਆਈ ਬਟਨ 'ਚ, ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਤੇ ਐਂਡ ਸਕਰੀਨ 'ਤੇ ਵੀ ਆ ਜਾਵੇਗਾ ਜੀ। ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਓ ਅਤੇ ਉਸ ਤੋਂ ਬਾਅਦ ਜੀ ਤੁਸੀਂ ਮੌਰੀਆ ਕਾਲ ਦਾ ਪ੍ਰਸ਼ਾਸਨ, ਕਲਾ ਅਤੇ ਧਰਮ ਦੀ ਵੀਡੀਓ ਨੂੰ ਦੇਖੋ। ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਟੌਪਿਕ। ਸਭ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੁੱਖ ਬਿੰਦੂਆਂ ਨੂੰ ਜਿਨ੍ਹਾਂ ਬਾਰੇ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ। ਕਿਸੇ ਵੀ ਸਮੇਂ ਦੇ ਜੀਵਨ ਨੂੰ ਪੜ੍ਹਨ ਲਈ ਜੀ ਆਪਾਂ ਉਹਨਾਂ ਨੂੰ ਕੁਝ ਹਿੱਸਿਆਂ ਵਿੱਚ ਵੰਡ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਉਸ ਸਮੇਂ ਕਾਲ ਦੇ ਪ੍ਰਸ਼ਾਸਨ ਬਾਰੇ, ਫਿਰ ਆਪਾਂ ਵੇਖਦੇ ਹਾਂ ਜੀ ਉਸ ਸਮੇਂ ਵਿੱਚ ਲੋਕਾਂ ਦਾ ਜੀਵਨ ਕੀ ਸੀ, ਸਮਾਜਿਕ ਜੀਵਨ ਕੀ ਸੀ, ਆਰਥਿਕ ਜੀਵਨ ਕੀ ਸੀ। ਇਸੇ ਤਰ੍ਹਾਂ ਹੀ ਜੀ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜੀ ਮੌਰੀਆ ਪ੍ਰਸ਼ਾਸਨ ਬਾਰੇ। ਉਸ ਦੇ ਵਿੱਚ ਆਪਾਂ ਰਾਜੇ ਦੀਆਂ ਸ਼ਕਤੀਆਂ ਦੇਖਾਂਗੇ ਜੀ, ਵੇਖਾਂਗੇ ਕਿ ਕਿਹੜੇ ਅਧਿਕਾਰੀ ਸੀ ਜੋ ਰਾਜੇ ਦੇ ਨਾਲ ਸ਼ਾਸਨ ਚਲਾਉਣ ਵਿੱਚ ਉਸ ਦੀ ਮਦਦ ਕਰਦੇ ਆ ਜੀ। ਉਸ ਤੋਂ ਬਾਅਦ ਆਪਾਂ ਜਾਣਾਂਗੇ ਜੀ ਸਮਾਜਿਕ ਜੀਵਨ ਬਾਰੇ ਕਿ ਲੋਕਾਂ ਦਾ ਸਮਾਜਿਕ ਜੀਵਨ ਕਿਸ ਤਰ੍ਹਾਂ ਸੀ। ਉਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਕਿ ਮੌਰੀਆ ਸਮੇਂ ਦੇ ਦੌਰਾਨ ਆਰਥਿਕ ਜੀਵਨ ਕਿੱਦਾਂ ਦਾ ਸੀ। ਇਹ ਸਭ ਜਾਣਨ ਤੋਂ ਬਾਅਦ ਜੀ ਆਪਾਂ ਪੜ੍ਹਾਂਗੇ ਮੌਰੀਆ ਸਮੇਂ ਦੀ ਕਲਾ ਬਾਰੇ ਕਿ ਮੌਰੀਆ ਸਮੇਂ ਜੀ ਕਿਸ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਮਿਲਦੀਆਂ ਨੇ ਅਤੇ ਕਿਹੜੀ ਕਲਾ ਦਾ ਵਿਕਾਸ ਹੋਇਆ। ਅਤੇ ਅੰਤ ਵਿੱਚ ਆਪਾਂ ਗੱਲ ਕਰਾਂਗੇ ਜੀ ਅਸ਼ੋਕ ਦੇ ਧਰਮ ਬਾਰੇ, ਜਿਸ ਵਿੱਚ ਆਪਾਂ ਦੇਖਾਂਗੇ ਜੀ ਕਿ ਅਸ਼ੋਕ ਦਾ ਧਰਮ ਕੀ ਸੀ, ਉਸਨੇ ਕਿਹੜੀਆਂ ਸਿੱਖਿਆਵਾਂ ਦਿੱਤੀਆਂ ਅਤੇ ਕਿਸ ਤਰ੍ਹਾਂ ਆਪਣੇ ਧਰਮ ਦਾ ਪ੍ਰਚਾਰ ਕੀਤਾ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਤੁਹਾਡੇ ਸਭ ਲਈ ਇੱਕ ਖੁਸ਼ਖਬਰੀ ਹੈ ਜੀ ਕਿ ਹੁਣ ਤੋਂ ਜੀ ਜੋ ਵੀ ਆਪਣੇ ਚੈਨਲ 'ਤੇ ਵੀਡੀਓਜ਼ ਅਪਲੋਡ ਹੁੰਦੀਆਂ ਉਸ ਦੇ ਤੁਹਾਨੂੰ ਜੀ PDF ਮਿਲ ਜਾਣਗੇ। ਅਤੇ ਜੋ ਵੀ ਵੀਡੀਓ ਹੁਣ ਤੱਕ ਅਪਲੋਡ ਹੋ ਚੁੱਕੀਆਂ ਜੀ ਇਹਨਾਂ ਦੇ PDF ਵੀ ਤੁਹਾਨੂੰ ਮਿਲ ਜਾਣਗੇ ਜੀ। ਇਸ ਲਈ ਕਰਨਾ ਕੀ ਹੈ ਜੀ, ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਜੀ ਇੱਕ ਲਿੰਕ ਦਿੱਤਾ ਹੋਇਆ ਗਿਆ ਟੈਲੀਗ੍ਰਾਮ ਐਪ ਦਾ। ਉਹ ਟੈਲੀਗ੍ਰਾਮ ਐਪ ਨੂੰ ਡਾਊਨਲੋਡ ਕਰਕੇ ਜੀ ਤੁਸੀਂ ਉਹ ਲਿੰਕ ਤੋਂ ਓਪਨ ਕਰੋਗੇ, ਉੱਥੇ ਜੀ ਆਪਣਾ ਇੱਕ ਚੈਨਲ ਆ ਜਾਏਗਾ ਪੰਜਾਬ ਐਜੂਕੇਸ਼ਨ, ਉਸ ਨੂੰ ਜੀ ਤੁਸੀਂ ਜਾ ਕੇ ਜੁਆਇਨ ਕਰੋ। ਉਸ ਦੇ ਵਿੱਚ ਜੋ ਸਾਰੇ PDF ਆ ਜੀ ਉਹ ਤੁਹਾਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ, ਉੱਥੋਂ ਕੋਈ ਵੀ PDF ਤੁਸੀਂ ਡਾਊਨਲੋਡ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮੌਰੀਆ ਕਾਲ ਦੇ ਪ੍ਰਸ਼ਾਸਨ ਬਾਰੇ। ਪ੍ਰਸ਼ਾਸਨ ਵਿੱਚ ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਹੈ ਜੀ ਕਿ ਜੋ ਰਾਜਾ ਸੀ ਉਹ ਕੇਂਦਰੀ ਸ਼ਕਤੀ ਸੀ। ਇਸ ਸਮੇਂ ਜੀ ਜੋ ਸਰਕਾਰ ਹੁੰਦੀ ਸੀ ਉਹ ਰਾਜਾ ਹੀ ਹੁੰਦਾ ਸੀ। ਰਾਜੇ ਦੇ ਕਾਨੂੰਨ ਦੇ ਮੁਤਾਬਿਕ ਹੀ ਸਭ ਕੁਝ ਚੱਲਦਾ ਸੀ ਅਤੇ ਰਾਜੇ ਦਾ ਇੱਕ ਬੋਲ ਕਿਹਾ ਹੋਇਆ ਜੀ ਕਾਨੂੰਨ ਬਣ ਜਾਂਦਾ ਸੀ। ਰਾਜੇ ਤੋਂ ਉੱਪਰ ਕੋਈ ਵੀ ਸ਼ਕਤੀ ਨਹੀਂ ਹੁੰਦੀ ਸੀ। ਇਸ ਸਮੇਂ ਜੋ ਪ੍ਰਸ਼ਾਸਨ ਦਾ ਜੀ ਢਾਂਚਾ ਸੀ ਉਹ ਰਾਜਤੰਤਰੀ ਢਾਂਚਾ ਸੀ। ਜਿਵੇਂ ਹੁਣ ਆਪਣਾ ਜੀ ਜੋ ਢਾਂਚਾ ਚੱਲਦਾ ਹੈ ਜੋ ਆਪਣੇ ਇੰਡੀਆ ਦੇ ਵਿੱਚ ਹੈ ਉਹ ਹੈ ਲੋਕਤੰਤਰ। ਇਸ ਵਿੱਚ ਕੀ ਹੁੰਦਾ ਹੈ ਜੀ, ਲੋਕਾਂ ਦੁਆਰਾ ਸਰਕਾਰ ਚੁਣੀ ਜਾਂਦੀ ਹੈ ਅਤੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਉਹ ਲੋਕਾਂ ਪ੍ਰਤੀ ਜਵਾਬਦੇਹ ਹੁੰਦੀ ਹੈ। ਪਰ ਇਸ ਸਮੇਂ ਕੀ ਸੀ ਜੀ, ਰਾਜਤੰਤਰੀ ਸਿਸਟਮ ਸੀ। ਜੋ ਰਾਜਤੰਤਰੀ ਪ੍ਰਸ਼ਾਸਨ ਪ੍ਰਣਾਲੀ ਹੁੰਦੀ ਹੈ ਜੀ, ਇਸ ਦੇ ਵਿੱਚ ਰਾਜਾ ਹੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ ਅਤੇ ਰਾਜਾ ਆਪਣੇ ਕਹੇ ਮੁਤਾਬਿਕ ਹੀ ਜੀ ਹਰ ਚੀਜ਼ ਕਰ ਸਕਦਾ ਹੈ। ਉਸ ਨੂੰ ਕਿਸੇ ਲਈ ਜਵਾਬਦੇਹ ਨਹੀਂ ਹੋਣਾ ਪੈਂਦਾ। ਜੋ ਰਾਜਾ ਹੁੰਦਾ ਹੈ ਜੀ ਉਹ ਨਿਰੰਕੁਸ਼ ਹੋ ਸਕਦਾ ਹੈ, ਉਸ ਉੱਪਰ ਕਿਸੇ ਵੀ ਹੋਰ ਦਾ ਕੰਟਰੋਲ ਨਹੀਂ ਹੁੰਦਾ। ਰਾਜੇ ਦੀ ਮਦਦ ਲਈ ਜੀ ਕੁਝ ਮੰਤਰੀ ਅਤੇ ਉੱਚ ਅਧਿਕਾਰੀ ਰੱਖੇ ਹੁੰਦੇ ਸੀ, ਕਿਉਂਕਿ ਜੀ ਜੋ ਆਪਾਂ ਜਾਣਦੇ ਹਾਂ ਕਿ ਮੌਰੀਆ ਕਾਲ ਸਮੇਂ ਜੀ ਉਹਨਾਂ ਦਾ ਜੋ ਰਾਜ ਖੇਤਰ ਸੀ ਉਹ ਬਹੁਤ ਵਿਸ਼ਾਲ ਸੀ। ਜੋ ਆਧੁਨਿਕ ਆਪਣਾ ਭਾਰਤ ਆ ਜੀ ਇਸ ਤੋਂ ਵੀ ਜ਼ਿਆਦਾ ਵੱਡਾ ਖੇਤਰ ਸੀ ਅਤੇ ਇੰਨੇ ਵਿਸ਼ਾਲ ਖੇਤਰ 'ਤੇ ਜੀ ਸ਼ਾਸਨ ਕਰਨ ਲਈ ਰਾਜੇ ਨੂੰ ਕੁਝ ਸਹਾਇਕ ਕਰਮਚਾਰੀਆਂ ਦੀ ਲੋੜ ਪੈਂਦੀ ਸੀ। ਇਸ ਲਈ ਜੀ ਮੰਤਰੀ ਅਤੇ ਕੁਝ ਉੱਚ ਅਧਿਕਾਰੀ ਰੱਖੇ ਹੁੰਦੇ ਸੀ। ਮੰਤਰੀਆਂ ਵਿੱਚ ਜੀ ਸਭ ਤੋਂ ਮੁੱਖ ਹੁੰਦਾ ਸੀ ਪ੍ਰਧਾਨ ਮੰਤਰੀ। ਜਿਸ ਤਰ੍ਹਾਂ ਹੁਣ ਆਪਣੇ ਭਾਰਤ ਵਿੱਚ ਜੀ ਸਭ ਤੋਂ ਵੱਧ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਹੁੰਦੇ, ਇਸ ਤਰ੍ਹਾਂ ਹੀ ਜੀ ਮੌਰੀਆ ਕਾਲ ਸਮੇਂ ਵੀ ਸੀ। ਮੰਤਰੀਆਂ ਨੂੰ ਜੀ ਅਮਾਤਿਆ ਕਿਹਾ ਜਾਂਦਾ ਸੀ। ਇਹ ਯਾਦ ਰੱਖਿਓ ਜੀ, ਕਈ ਵਾਰ ਪ੍ਰਸ਼ਨ ਆ ਜਾਂਦੇ ਆ ਕਿ ਮੰਤਰੀਆਂ ਨੂੰ ਕੀ ਕਿਹਾ ਜਾਂਦਾ ਸੀ ਮੌਰੀਆ ਕਾਲ ਸਮੇਂ, ਤਾਂ ਉਹਨਾਂ ਨੂੰ ਅਮਾਤਿਆ ਕਿਹਾ ਜਾਂਦਾ ਸੀ। ਅਤੇ ਜੋ ਉੱਚ ਅਧਿਕਾਰੀ ਰੱਖੇ ਜਾਂਦੇ ਸੀ ਜੀ ਰਾਜੇ ਦੀ ਸਹਾਇਤਾ ਲਈ, ਉਹਨਾਂ ਨੂੰ ਤੀਰਥ ਕਿਹਾ ਜਾਂਦਾ ਸੀ। ਨਿਆਂ ਕਰਨ ਦਾ ਸਭ ਤੋਂ ਵੱਡਾ ਅਧਿਕਾਰ ਜੀ ਰਾਜੇ ਕੋਲੇ ਹੁੰਦਾ ਸੀ। ਮੰਨਿਆ ਜਾਂਦਾ ਸੀ ਕਿ ਕਿਸੇ ਵੀ ਫੈਸਲੇ ਦਾ ਜੀ ਜੋ ਨਿਪਟਾਰਾ ਕਰ ਸਕਦਾ ਹੈ, ਉਹਦਾ ਨਿਆਂ ਦੇ ਸਕਦਾ ਹੈ, ਤਾਂ ਉਹ ਰਾਜਾ ਹੀ ਦੇ ਸਕਦਾ ਹੈ। ਸਭ ਤੋਂ ਵੱਡੀ ਸ਼ਕਤੀ, ਜਿਸ ਤਰ੍ਹਾਂ ਹੁਣ ਜੀ ਸੁਪਰੀਮ ਕੋਰਟ ਹੈ, ਉਸ ਤਰ੍ਹਾਂ ਜੀ ਉਸ ਸਮੇਂ ਰਾਜਾ ਹੁੰਦਾ ਸੀ। ਭਾਵੇਂ ਕਿ ਰਾਜਾ ਸਭ ਤੋਂ ਵੱਡੀ ਸ਼ਕਤੀ ਸੀ ਜੀ ਜੋ ਨਿਆਂ ਕਰ ਸਕਦਾ ਸੀ, ਪਰ ਇੰਨੇ ਵਿਸ਼ਾਲ ਖੇਤਰ ਵਿੱਚ ਜੀ ਸਾਰੇ ਫੈਸਲਿਆਂ ਦਾ ਨਿਪਟਾਰਾ ਕੇਵਲ ਰਾਜਾ ਨਹੀਂ ਕਰ ਸਕਦਾ ਸੀ। ਇਸ ਦੇ ਲਈ ਜੀ ਨਿਆਂ ਪ੍ਰਬੰਧ ਨੂੰ ਵਧੀਆ ਬਣਾਉਣ ਲਈ ਕੁਝ ਜੀ ਅਦਾਲਤਾਂ ਦਾ ਨਿਰਮਾਣ ਕੀਤਾ ਗਿਆ, ਕੁਝ ਅਦਾਲਤਾਂ ਬਣਾਈਆਂ ਗਈਆਂ ਸੀ। ਇਹ ਕਿਹੜੀਆਂ ਸੀ ਜੀ, ਇਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਇਹ ਦੋ ਪ੍ਰਕਾਰ ਦੀਆਂ ਸੀ ਜੀ, ਇੱਕ ਸੀ ਧਰਮ ਸਥਿਆ ਅਤੇ ਦੂਸਰੀ ਸੀ ਜੀ ਕੰਟਕ ਸੋਧਕ।
ਜਿਹੜੀ ਧਰਮ ਸਥਿਆ ਸੀ ਜੀ ਇਹ ਸੀ ਦੀਵਾਨੀ ਅਦਾਲਤ। ਦੀਵਾਨੀ ਅਦਾਲਤ ਉਹ ਹੁੰਦੀ ਹੈ ਜੀ ਜਿਸ ਦੇ ਵਿੱਚ ਕੋਈ ਜ਼ਮੀਨ ਰਿਲੇਟਡ ਜੋ ਵੀ ਮਸਲੇ ਹੁੰਦੇ ਆ ਜੀ ਉਹਨਾਂ ਦਾ ਨਿਪਟਾਰਾ ਕੀਤਾ ਜਾਂਦਾ, ਉਹਨਾਂ ਨੂੰ ਸੁਲਝਾਇਆ ਜਾਂਦਾ ਹੈ। ਜੋ ਕੰਟਕ ਸੋਧਕ ਸੀ ਜੀ ਇਹ ਸੀ ਇੱਕ ਫੌਜਦਾਰੀ ਅਦਾਲਤ। ਇਸ ਦੇ ਵਿੱਚ ਜੀ ਜੋ ਵੀ ਕੋਈ ਚੋਰੀ ਦੇ ਜੀ, ਕੋਈ ਡਾਕੇ ਦੇ, ਕੋਈ ਕਤਲ ਦਾ ਕੇਸ ਹੁੰਦਾ ਜੀ, ਉਹ ਇਸ ਦੇ ਵਿੱਚ ਉਹਨਾਂ ਦਾ ਸੁਣਵਾਈ ਕੀਤੀ ਜਾਂਦੀ ਸੀ ਅਤੇ ਉਹਨਾਂ ਦਾ ਨਿਪਟਾਰਾ ਕੀਤਾ ਜਾਂਦਾ ਸੀ। ਨਿਆਂ ਪ੍ਰਬੰਧ ਤੋਂ ਬਾਅਦ ਆਪਾਂ ਵੇਖਦੇ ਹਾਂ ਜੀ ਕਿ ਮੌਰੀਆ ਸਮੇਂ ਸੈਨਾ ਕਿਸ ਤਰ੍ਹਾਂ ਦੀ ਸੀ। ਮੌਰੀਆ ਸੈਨਾ ਦਾ ਜੀ ਜੋ ਸਭ ਤੋਂ ਵੱਡਾ ਅਧਿਕਾਰੀ ਸੀ ਉਹ ਸੈਨਾਪਤੀ ਹੁੰਦਾ ਸੀ। ਮੰਨਿਆ ਜਾਂਦਾ ਹੈ ਕਿ ਜੀ ਲਗਭਗ 6 ਲੱਖ ਦੀ ਸੈਨਾ ਸੀ ਮੌਰੀਆ ਸ਼ਾਸਨ ਦੇ ਸਮੇਂ। ਜੋ ਮੌਰੀਆ ਰਾਜਵੰਸ਼ ਦਾ ਟਾਈਮ ਸੀ ਜੀ ਉਸ ਦੇ ਵਿੱਚ 6 ਲੱਖ ਦੀ ਸੈਨਾ ਮੰਨੀ ਜਾਂਦੀ ਹੈ। ਸੈਨਾ ਦੇ ਜੀ 4 ਭਾਗ ਮੰਨੇ ਜਾਂਦੇ ਸਨ। ਇਹ ਕਿਹੜੇ ਕਿਹੜੇ ਭਾਗ ਸੀ ਜੀ ਹੁਣ ਆਪਾਂ ਇਹ ਵੇਖ ਲੈਣਾ। ਪਹਿਲਾ ਸੀ ਜੀ ਪੈਦਲ ਸੈਨਾ। ਪੈਦਲ ਸੈਨਾ ਜੋ ਸਭ ਤੋਂ ਮੁੱਖ ਹੁੰਦੀ ਹੈ ਜੀ, ਸਭ ਤੋਂ ਅੱਗੇ ਲੜਦੀ ਹੈ ਪੈਦਲ ਸੈਨਾ। ਉਸ ਤੋਂ ਬਾਅਦ ਆ ਜਾਂਦੀ ਹੈ ਜੀ ਘੋੜਸਵਾਰ ਸੈਨਾ ਜੋ ਘੋੜਿਆਂ ਦੇ ਉੱਤੇ ਬੈਠ ਕੇ ਲੜਾਈ ਕਰਦੇ ਆ। ਉਸ ਤੋਂ ਬਾਅਦ ਸੀ ਜੀ ਰੱਥ ਸੈਨਾ ਅਤੇ ਅੰਤ ਵਿੱਚ ਸੀ ਜੀ ਹਾਥੀ ਸੈਨਾ। ਇਹ ਯਾਦ ਰੱਖੋ ਜੀ, ਕਈ ਵਾਰ ਪੁੱਛ ਲਏ ਜਾਂਦੇ ਆ ਕਿ ਕਿਹੜੇ ਕਿਹੜੇ ਭਾਗ ਮੌਰੀਆ ਸੈਨਾ ਦੇ ਵਿੱਚ ਸਨ। ਨਿਆਂ ਪ੍ਰਬੰਧ ਅਤੇ ਸੈਨਾ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਪ੍ਰਸ਼ਾਸਨ ਦੇ ਇੱਕ ਹੋਰ ਭਾਗ ਬਾਰੇ ਗੱਲ ਕਰਦੇ ਹਾਂ ਜੋ ਕਿ ਹੈ ਜੀ ਗੁਪਤਚਰ ਵਿਭਾਗ, ਜਾਂ ਜਿਨ੍ਹਾਂ ਨੂੰ ਆਪਾਂ ਬੋਲ ਸਕਦੇ ਹਾਂ ਜੀ ਜਸੂਸ ਜਾਂ ਸੀਕਰੇਟ ਏਜੰਟਸ। ਇਹ ਗੁਪਤਚਰ ਵਿਭਾਗ ਦੀ ਸਥਾਪਨਾ ਕਿਉਂ ਕੀਤੀ ਜਾਂਦੀ ਸੀ ਜੀ? ਕਿਸੇ ਵੀ ਸ਼ਾਸਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਜੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਰਾਜੇ ਦੇ ਉਸ ਸ਼ਾਸਨ ਦੇ ਸਮੇਂ ਵਿੱਚ ਕੋਈ ਵੀ ਵਿਦਰੋਹ ਨਾ ਹੋਵੇ ਅਤੇ ਲੋਕਾਂ ਨੂੰ ਜੀ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਾ ਹੋਵੇ। ਇਹਨਾਂ ਦਾ ਪਤਾ ਕਰਨ ਲਈ ਜੀ ਗੁਪਤਚਰ ਵਿਭਾਗ ਦੀ ਸਥਾਪਨਾ ਕੀਤੀ ਜਾਂਦੀ ਸੀ। ਜੋ ਗੁਪਤਚਰ ਵਿਭਾਗ ਸੀ ਜੀ ਇਹ ਖੂਫੀਆ ਤੌਰ 'ਤੇ ਜੀ ਰਾਜ ਦੇ ਅੰਦਰ ਘੁੰਮ ਕੇ ਜਾਂ ਇੱਕ ਜਗ੍ਹਾ 'ਤੇ ਰਹਿ ਕੇ ਜੀ ਰਾਜੇ ਨੂੰ ਸਾਰੀਆਂ ਜੋ ਐਕਟੀਵਿਟੀਜ਼ ਹੁੰਦੀਆਂ ਸੀ ਜੀ ਰਾਜ ਦੇ ਵਿੱਚ ਉਹਦੇ ਬਾਰੇ ਰਿਪੋਰਟ ਕਰਦੇ ਸੀ, ਉਹਦੀ ਜਾਣਕਾਰੀ ਪ੍ਰਦਾਨ ਕਰਦੇ ਸੀ। ਇਸ ਤਰ੍ਹਾਂ ਜੀ ਜੇ ਕੋਈ ਵਿਦਰੋਹ ਦੀ ਪਲੈਨਿੰਗ ਹੁੰਦੀ ਸੀ ਅਤੇ ਉਹ ਰਾਜੇ ਕੋਲ ਉਸ ਦੀ ਜਾਣਕਾਰੀ ਪਹਿਲਾਂ ਪਹੁੰਚ ਜਾਂਦੀ ਸੀ ਅਤੇ ਉਸ ਨੂੰ ਜੀ ਉਹ ਵਿਦਰੋਹ ਨੂੰ ਦਬਾ ਸਕਦਾ ਸੀ। ਜਾਂ ਲੋਕਾਂ ਨੂੰ ਜੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਹੁੰਦੀ ਸੀ ਤਾਂ ਉਹਦੇ ਬਾਰੇ ਵੀ ਜਾਣਕਾਰੀ ਜੀ ਗੁਪਤਚਰ ਵਿਭਾਗ ਦੁਆਰਾ ਰਾਜੇ ਨੂੰ ਦੇ ਦਿੱਤੀ ਜਾਂਦੀ ਸੀ। ਇਹ ਗੁਪਤਚਰ ਵਿਭਾਗ ਦੇ ਵੀ ਜੀ 2 ਭਾਗ ਸੀ। ਇੱਕ ਸੀ ਜੀ ਜੋ ਇੱਕ ਜਗ੍ਹਾ 'ਤੇ ਰਹਿ ਕੇ ਹੀ ਜਸੂਸੀ ਕਰਦੇ ਸੀ ਅਤੇ ਦੂਸਰੇ ਸੀ ਜੋ ਪੂਰੇ ਦੇਸ਼ ਦੇ ਵਿੱਚ ਘੁੰਮ ਕੇ ਜਾਣਕਾਰੀ ਇਕੱਠੀ ਕਰਦੇ ਸੀ ਅਤੇ ਉਹਨੂੰ ਰਾਜੇ ਤੱਕ ਪਹੁੰਚਾਉਂਦੇ ਸੀ। ਇਹ 2 ਭਾਗਾਂ ਦੇ ਨਾਂ ਸੀ ਜੀ, ਪਹਿਲਾ ਸੀ ਸੰਸਥਾ ਜੋ ਇੱਕ ਜਗ੍ਹਾ 'ਤੇ ਰਹਿ ਕੇ ਜਸੂਸੀ ਕਰਦਾ ਸੀ। ਦੂਸਰਾ ਸੀ ਜੀ ਸੰਚਾਰ ਜੋ ਪੂਰੇ ਦੇਸ਼ ਦੇ ਵਿੱਚ ਘੁੰਮ ਕੇ ਜਾਣਕਾਰੀ ਇਕੱਠੀ ਕਰਦਾ ਸੀ। ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗਦਾ ਹੈ ਜੀ ਕਿ ਜੋ ਗੁਪਤਚਰ ਵਿਭਾਗ ਸੀ ਇਹ ਪ੍ਰਸ਼ਾਸਨ ਦਾ ਇੱਕ ਮਹੱਤਵਪੂਰਨ ਅੰਗ ਸੀ ਅਤੇ ਰਾਜੇ ਨੂੰ ਜੀ ਆਪਣੇ ਸ਼ਾਸਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਗੁਪਤਚਰ ਵਿਭਾਗ ਦੀ ਜ਼ਰੂਰਤ ਹੁੰਦੀ ਸੀ। ਜਿਸ ਤਰ੍ਹਾਂ ਵਰਤਮਾਨ ਸਮੇਂ ਵਿੱਚ ਜੀ ਭਾਰਤ ਨੂੰ ਵੱਖ-ਵੱਖ ਪ੍ਰਾਂਤਾਂ ਵਿੱਚ ਵੰਡਿਆ ਜਾਂਦਾ ਹੈ। ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ, ਜ਼ਿਲ੍ਹਿਆਂ ਨੂੰ ਬਲਾਕਾਂ ਵਿੱਚ ਅਤੇ ਬਲਾਕਾਂ ਨੂੰ ਪਿੰਡਾਂ ਵਿੱਚ ਵੰਡਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜੀ ਮੌਰੀਆ ਪ੍ਰਸ਼ਾਸਨ ਸਮੇਂ ਵੀ ਉਹਨਾਂ ਦੇ ਰਾਜ ਖੇਤਰ ਨੂੰ ਵੱਖ-ਵੱਖ ਪ੍ਰਾਂਤਾਂ ਵਿੱਚ, ਜ਼ਿਲ੍ਹਿਆਂ ਵਿੱਚ, ਪਿੰਡਾਂ ਵਿੱਚ ਵੰਡਿਆ ਜਾਂਦਾ ਸੀ, ਪਰ ਉਹਨਾਂ ਦੇ ਨਾਮ ਵੱਖ-ਵੱਖ ਹੁੰਦੇ ਸੀ। ਜਿਸ ਤਰ੍ਹਾਂ ਤੁਸੀਂ ਇਹ ਡਾਇਗਰਾਮ ਵਿੱਚ ਦੇਖ ਰਹੇ ਹੋ ਜੀ, ਜੋ ਡਾਰਕ ਬਰਾਊਨ ਵਾਲਾ ਪਾਰਟ ਹੈ ਇਹ ਸਾਰਾ ਮੌਰੀਆ ਦਾ ਜੀ ਜੋ ਅਧਿਕਾਰ ਖੇਤਰ ਸੀ, ਉਹਨਾਂ ਦਾ ਰਾਜ ਖੇਤਰ ਸੀ। ਇਹ ਵਰਤਮਾਨ ਭਾਰਤ ਨਾਲੋਂ ਵੀ ਜੀ ਕਾਫੀ ਵਿਸ਼ਾਲ ਸੀ ਕਿਉਂਕਿ ਇਸ ਦੇ ਵਿੱਚ ਅਫਗਾਨਿਸਤਾਨ ਤੱਕ ਦਾ ਸਾਰਾ ਖੇਤਰ ਵੀ ਆ ਜਾਂਦਾ ਸੀ। ਹੁਣ ਆਪਾਂ ਜਾਣਦੇ ਹਾਂ ਜੀ ਕਿ ਮੌਰੀਆ ਕਾਲ ਸਮੇਂ ਇਸ ਨੂੰ ਕਿਹੜੇ-ਕਿਹੜੇ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਸਭ ਤੋਂ ਵੱਡੀ ਇਕਾਈ ਸੀ ਜੀ ਜੋ ਪ੍ਰਸ਼ਾਸਨ ਦੀ ਉਹ ਸੀ ਦੇਸ਼। ਉਸ ਤੋਂ ਬਾਅਦ ਸੀ ਜੀ ਪ੍ਰਾਂਤ। ਪ੍ਰਾਂਤ ਨੂੰ ਬੋਲਿਆ ਜਾਂਦਾ ਸੀ ਚੱਕਰ। ਮੌਰੀਆ ਕਾਲ ਸਮੇਂ ਜੀ 5 ਪ੍ਰਾਂਤ ਸੀ। ਪ੍ਰਾਂਤਾਂ ਤੋਂ ਬਾਅਦ ਆ ਜਾਂਦਾ ਹੈ ਸੀ ਜੀ ਜ਼ਿਲ੍ਹੇ, ਜਿਨ੍ਹਾਂ ਨੂੰ ਬੋਲਿਆ ਜਾਂਦਾ ਸੀ ਵਿਸ਼ੇ। ਵਿਸ਼ਿਆਂ ਨੂੰ ਅੱਗੇ ਵੰਡਿਆ ਗਿਆ ਸੀ ਜੀ ਗੋਪ ਦੇ ਵਿੱਚ। ਗੋਪ ਅੱਜ ਦੇ ਤੁਸੀਂ ਜੀ ਬਲਾਕ ਦੇ ਨਾਲ ਉਹਨੂੰ ਮੰਨ ਸਕਦੇ ਹੋ ਬਰਾਬਰ। ਜੋ ਗੋਪ ਸੀ ਜੀ ਇਹ 10 ਪਿੰਡਾਂ ਦਾ ਸਮੂਹ ਹੁੰਦਾ ਸੀ ਅਤੇ ਸਭ ਤੋਂ ਛੋਟੀ ਇਕਾਈ ਸੀ ਜੋ ਉਹ ਸੀ ਜੀ ਗ੍ਰਾਮ, ਯਾਨੀ ਕਿ ਪਿੰਡ। ਇਹਨਾਂ ਵੱਖ-ਵੱਖ ਖੇਤਰਾਂ ਦੇ ਜੀ ਵੱਖ-ਵੱਖ ਅਧਿਕਾਰੀ ਹੁੰਦੇ ਸੀ। ਜੋ ਵਿਸ਼ੇ ਦਾ ਮੁੱਖ ਅਧਿਕਾਰੀ ਸੀ ਜੀ ਉਸ ਨੂੰ ਵਿਸ਼ੇਪਤੀ ਕਿਹਾ ਜਾਂਦਾ ਸੀ। ਜੋ ਗੋਪ ਦਾ ਹੈੱਡ ਅਧਿਕਾਰੀ ਹੁੰਦਾ ਸੀ ਜੀ ਉਸ ਨੂੰ ਗੋਪ ਹੀ ਬੋਲਿਆ ਜਾਂਦਾ ਸੀ ਅਤੇ ਜੋ ਗ੍ਰਾਮ ਦਾ ਅਧਿਕਾਰੀ ਹੁੰਦਾ ਸੀ ਜੀ ਉਸ ਨੂੰ ਗ੍ਰਾਮਿਕ ਬੋਲਿਆ ਜਾਂਦਾ ਸੀ। ਜਿਸ ਤਰ੍ਹਾਂ ਪਿੰਡ ਦਾ ਹੁਣ ਸਰਪੰਚ ਹੁੰਦਾ ਜੀ ਉਸ ਨੂੰ ਗ੍ਰਾਮਿਕ ਬੋਲਿਆ ਜਾਂਦਾ ਸੀ ਉਸ ਸਮੇਂ। ਤੁਹਾਡੇ ਸਭ ਲਈ ਜੀ ਇੱਕ ਈਜ਼ੀ ਜਿਹਾ ਕੁਐਸਚਨ ਆ, ਆਨਸਰ ਨੀਚੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਵਰਤਮਾਨ ਸਮੇਂ ਵਿੱਚ ਜੀ ਭਾਰਤ ਦੇ ਕੁੱਲ ਕਿੰਨੇ ਪ੍ਰਾਂਤ ਆ ਅਤੇ ਕਿੰਨੇ ਜੀ ਯੂਟੀ ਆ, ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਆ। ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਮੌਰੀਆ ਕਾਲ ਦੇ ਪ੍ਰਸ਼ਾਸਨਿਕ ਢਾਂਚੇ ਬਾਰੇ ਪੜ੍ਹਨ ਤੋਂ ਬਾਅਦ ਹੁਣ ਆਪਾਂ ਜਾਣਾਂਗੇ ਜੀ ਮੌਰੀਆ ਕਾਲ ਦਾ ਸਮਾਜਿਕ ਜੀਵਨ। ਉਸ ਤੋਂ ਪਹਿਲਾਂ ਜੀ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਚਲਦੇ ਲਾਈਕ ਕਰ ਦਿਓ ਜੀ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਸਬਸਕ੍ਰਾਈਬ ਕਰਕੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਜੀ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਸਮਾਜਿਕ ਜੀਵਨ ਵਿੱਚ ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਕਿ ਸਮਾਜ ਦੇ ਵਿੱਚ ਉਸ ਸਮੇਂ ਕਿਹੜੀਆਂ ਜਾਤਾਂ ਮੌਜੂਦ ਸੀ।
ਜੋ ਚਾਣਕਿਆ ਹੈ ਜੀ, ਇਸ ਅਨੁਸਾਰ ਸਮਾਜ ਦੇ ਵਿੱਚ 4 ਜਾਤਾਂ ਮੌਜੂਦ ਸੀ। ਉਹ ਜਾਤਾਂ ਸਨ ਜੀ ਬ੍ਰਾਹਮਣ, ਛਤਰੀ, ਵੈਸ਼ ਤੇ ਸ਼ੂਦਰ। ਪਰ ਜੋ ਮੈਗਾਸਥਨੀਜ਼ ਸੀ ਜੀ, ਉਸ ਅਨੁਸਾਰ ਸਮਾਜ ਦੇ ਵਿੱਚ 7 ਜਾਤਾਂ ਸੀ। ਇਹ ਮੈਗਾਸਥਨੀਜ਼ ਕੌਣ ਸੀ ਜੀ, ਤੇ ਚਾਣਕਿਆ ਕੌਣ ਸੀ, ਇਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ। ਥੋੜ੍ਹਾ ਜਿਹਾ ਤੁਸੀਂ ਵੀ ਆਪਣੇ ਦਿਮਾਗ 'ਤੇ ਜ਼ੋਰ ਦੇਣ ਲੱਗੋ ਜੀ, ਤਾਂਹੀਓ ਹਰ ਚੀਜ਼ ਯਾਦ ਰਹੇਗੀ। ਮੈਗਾਸਥਨੀਜ਼ ਦੇ ਅਨੁਸਾਰ ਜੀ ਜਾਤਾਂ 7 ਕਿਉਂ ਸੀ, ਇਸ ਦੇ ਪਿੱਛੇ ਕਾਰਨ ਮੰਨਿਆ ਜਾਂਦਾ ਹੈ ਜੀ ਕਿ ਜੋ ਮੈਗਾਸਥਨੀਜ਼ ਸੀ, ਇਸ ਨੇ ਆਪਣੀ ਪੁਸਤਕ ਜੋ ਇੰਡੀਕਾ ਲਿਖੀ ਹੈ ਜੀ, ਉਸ ਦੇ ਵਿੱਚ ਜਾਤਾਂ ਨੂੰ ਕੰਮ ਦੇ ਆਧਾਰ 'ਤੇ ਲਿਖਿਆ ਸੀ। ਉਸਨੇ ਜਨਮ ਦੇ ਆਧਾਰ 'ਤੇ ਨਹੀਂ, ਕੰਮ ਦੇ ਆਧਾਰ 'ਤੇ ਜਾਤਾਂ ਬਣਾਤੀਆਂ ਸੀ ਜੀ। ਇਸ ਲਈ ਉਸਨੇ ਸਮਾਜ ਦੇ ਵਿੱਚ 7 ਜਾਤਾਂ ਦਾ ਵਰਣਨ ਕੀਤਾ ਜੀ। ਜਾਤੀਆਂ ਬਾਰੇ ਦੇਖਣ ਤੋਂ ਬਾਅਦ ਆਪਾਂ ਵੇਖਦੇ ਹਾਂ ਜੀ ਕਿ ਉਸ ਸਮੇਂ ਸਮਾਜ ਦੇ ਵਿੱਚ ਦਾਸ ਪ੍ਰਥਾ ਮੌਜੂਦ ਸੀ ਜਾਂ ਨਹੀਂ। ਦਾਸ ਪ੍ਰਥਾ ਦੇ ਬਾਰੇ ਵੀ ਵੱਖ-ਵੱਖ ਵਿਚਾਰ ਪਾਏ ਜਾਂਦੇ ਆ ਜੀ, ਇਹਨਾਂ ਦੇ ਵਿੱਚ ਵੀ ਮਤਭੇਦ ਪਾਏ ਜਾਂਦੇ ਆ। ਜੇਕਰ ਆਪਾਂ ਗੱਲ ਕਰੀਏ ਜੀ ਕਿ ਚਾਣਕਿਆ ਦੇ ਅਨੁਸਾਰ ਭਾਰਤ ਦੇ ਵਿੱਚ ਦਾਸ ਪ੍ਰਥਾ ਮੌਜੂਦ ਸੀ, ਪਰ ਮੈਗਾਸਥਨੀਜ਼ ਨੇ ਲਿਖਿਆ ਹੈ ਜੀ ਕਿ ਭਾਰਤ ਦੇ ਵਿੱਚ ਕੋਈ ਵੀ ਦਾਸ ਨਹੀਂ ਸੀ। ਮੈਗਾਸਥਨੀਜ਼ ਨੇ ਜੀ ਇਹ ਕਿਉਂ ਲਿਖਿਆ, ਕਿਉਂਕਿ ਉਸਨੇ ਜੀ ਜੋ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦਾਸ ਨਹੀਂ ਦੇਖਿਆ ਜਿਸ ਤਰ੍ਹਾਂ ਯੂਨਾਨ ਦੇ ਵਿੱਚ ਸੀ। ਕਿਉਂਕਿ ਜੋ ਭਾਰਤ ਦੇ ਵਿੱਚ ਮੌਜੂਦ ਦਾਸ ਸੀ ਜੀ, ਉਹਨਾਂ ਨਾਲ ਇੰਨਾ ਬੁਰਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ ਜਿੰਨਾ ਕਿ ਯੂਨਾਨ ਦੇ ਦਾਸਾਂ ਨਾਲ ਕੀਤਾ ਜਾਂਦਾ ਸੀ। ਇਸ ਲਈ ਜੀ ਮੈਗਾਸਥਨੀਜ਼ ਨੂੰ ਲੱਗਿਆ ਕਿ ਭਾਰਤ ਦੇ ਵਿੱਚ ਕੋਈ ਵੀ ਦਾਸ ਨਹੀਂ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸਤਰੀਆਂ ਦੀ ਸਥਿਤੀ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਸੀ। ਇਸਤਰੀਆਂ ਦੀ ਸਥਿਤੀ ਠੀਕ ਸੀ, ਪਰ ਵਧੇਰੇ ਚੰਗੀ ਨਹੀਂ ਸੀ। ਜੇਕਰ ਆਪਾਂ ਰਿਗਵੈਦਿਕ ਕਾਲ ਜਾਂ ਉੱਤਰ ਵੈਦਿਕ ਕਾਲ ਦੇ ਸਮੇਂ ਨਾਲ ਕੰਪੇਅਰ ਕਰੀਏ ਤਾਂ ਜੀ ਜੋ ਮੌਰੀਆ ਕਾਲ ਦੇ ਸਮੇਂ ਸੀ, ਇਸ ਸਮੇਂ ਇਸਤਰੀਆਂ ਦੀ ਸਥਿਤੀ ਥੋੜ੍ਹੀ ਠੀਕ ਸੀ। ਪਰ ਇਸ ਸਮੇਂ ਵੀ ਜੀ ਸਮਾਜ ਦੇ ਵਿੱਚ ਕੁਝ ਕੁਰੀਤੀਆਂ ਵੀ ਪਾਈਆਂ ਜਾਂਦੀਆਂ ਸੀ, ਜਿਨ੍ਹਾਂ ਦੇ ਵਿੱਚ ਜੀ 2 ਕੁਰੀਤੀਆਂ ਬਾਰੇ ਆਪਾਂ ਗੱਲ ਕਰ ਸਕਦੇ ਹਾਂ। ਪਹਿਲੀ ਸੀ ਜੀ ਤਲਾਕ ਪ੍ਰਥਾ। ਇਸ ਸਮੇਂ ਜੀ ਇਸਤਰੀਆਂ ਨੂੰ ਤਲਾਕ ਦੇਣ ਦੀ ਪ੍ਰਥਾ ਬਹੁਤ ਪ੍ਰਚਲਿਤ ਸੀ। ਜੋ ਆਦਮੀ ਸੀ ਜੋ 1 ਤੋਂ ਵਧੇਰੇ ਵਿਆਹ ਕਰਦੇ ਸੀ, ਉਹ ਪਹਿਲਾਂ ਵਾਲੀ ਇਸਤਰੀ ਨੂੰ ਤਲਾਕ ਦੇ ਦਿੰਦੇ ਸੀ। ਇਸ ਤਰ੍ਹਾਂ ਜੀ ਇਸਤਰੀਆਂ ਦੀ ਸਥਿਤੀ ਥੋੜ੍ਹੀ ਤਰਸਯੋਗ ਸੀ। ਇਸ ਤੋਂ ਇਲਾਵਾ ਜੀ ਸਮਾਜ ਦੇ ਵਿੱਚ ਵੇਸ਼ਵਾਵਿਰਤੀ ਦੀ ਵੀ ਜੀ ਪ੍ਰਥਾ ਚੱਲਦੀ ਸੀ। ਜੋ ਔਰਤਾਂ ਸੀ ਜੀ, ਉਹਨਾਂ ਦੁਆਰਾ ਵੇਸ਼ਵਾ ਦਾ ਕੰਮ ਕੀਤਾ ਜਾਂਦਾ ਸੀ। ਇਹਨਾਂ ਤੋਂ ਪਤਾ ਲੱਗਦਾ ਹੈ ਜੀ ਕਿ ਔਰਤਾਂ ਦੀ ਸਥਿਤੀ ਚੰਗੀ ਸੀ, ਪਰ ਵਧੇਰੇ ਚੰਗੀ ਨਹੀਂ ਆਪਾਂ ਕਹਿ ਸਕਦੇ। ਸਮਾਜਿਕ ਜੀਵਨ ਬਾਰੇ ਪੜ੍ਹਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਮੌਰੀਆ ਕਾਲ ਸਮੇਂ ਲੋਕਾਂ ਦਾ ਆਰਥਿਕ ਜੀਵਨ ਕਿਸ ਤਰ੍ਹਾਂ ਦਾ ਸੀ। ਆਪਾਂ ਵੇਖਦੇ ਹਾਂ ਜੀ ਕਿ ਰਾਜੇ ਨੂੰ ਕਿਸ ਤਰ੍ਹਾਂ ਆਮਦਨ ਹੁੰਦੀ ਸੀ ਅਤੇ ਕਿਸ ਕਿਸ ਪ੍ਰਕਾਰ ਦੇ ਕਰ ਲਗਾਏ ਜਾਂਦੇ ਸੀ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਜੀ ਕਿ ਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ ਕਰ। ਆਪਾਂ ਨੂੰ ਪਤਾ ਹੈ ਕਿ ਵੱਖ-ਵੱਖ ਰਾਜਿਆਂ ਦੀ ਜੋ ਆਮਦਨ ਦਾ ਸਰੋਤ ਉਸ ਸਮੇਂ ਸੀ, ਅਤੇ ਵਰਤਮਾਨ ਸਮੇਂ ਵੀ ਜੀ ਸਰਕਾਰ ਦੀ ਆਮਦਨ ਦਾ ਜੋ ਪ੍ਰਮੁੱਖ ਸਰੋਤ ਆ ਇਹ ਟੈਕਸ ਹੁੰਦੇ ਆ। ਟੈਕਸ ਜੀ ਵੱਖ-ਵੱਖ ਚੀਜ਼ਾਂ 'ਤੇ ਲਾਏ ਜਾਂਦੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਿ ਖੇਤੀ 'ਤੇ ਕਿਸ ਪ੍ਰਕਾਰ ਦਾ ਟੈਕਸ ਲਗਾਇਆ ਜਾਂਦਾ ਸੀ, ਕਿੰਨਾ ਭਾਗ ਹੁੰਦਾ ਸੀ। ਉਹ ਖੇਤੀ 'ਤੇ ਕਰ ਲਗਾਇਆ ਜਾਂਦਾ ਸੀ ਜੋ ਉਹ ਸੀ 1/6 ਤੋਂ ਲੈ ਕੇ 1/4 ਭਾਗ। ਉਸ ਸਮੇਂ ਜੀ ਜੋ ਪ੍ਰਮੁੱਖ ਉਦਯੋਗ ਸੀ ਉਹ ਕੱਪੜਾ ਉਦਯੋਗ ਮੰਨਿਆ ਜਾਂਦਾ ਸੀ। ਉਸ ਸਮੇਂ ਦਾ ਜੋ ਬਾਕੀ ਹੋਰ ਕੋਈ ਉਦਯੋਗ, ਲੋਹ ਉਦਯੋਗ, ਇਸ ਟਾਈਪ ਦਾ ਉਦਯੋਗ ਨਹੀਂ ਸੀ ਜੀ। ਉਸ ਸਮੇਂ ਜੋ ਕੱਪੜਾ ਉਦਯੋਗ ਸੀ ਉਹੀ ਪ੍ਰਮੁੱਖ ਉਦਯੋਗ ਭਾਰਤ ਦੇ ਵਿੱਚ ਸੀ। ਉਸ ਸਮੇਂ ਜੋ ਵਪਾਰ ਕੀਤਾ ਜਾਂਦਾ ਸੀ ਜੀ, ਵਪਾਰ ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰਲੇ ਪ੍ਰਦੇਸ਼ਾਂ ਦੇ ਨਾਲ ਵੀ ਕੀਤਾ ਜਾਂਦਾ ਸੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੀ ਉਸ ਸਮੇਂ ਅੰਦਰੂਨੀ ਅਤੇ ਬਾਹਰੀ ਵਪਾਰ ਦੋਨੇ ਤਰ੍ਹਾਂ ਦਾ ਹੁੰਦਾ ਸੀ। ਜਿਸ ਤਰ੍ਹਾਂ ਖੇਤੀ ਦੇ ਉੱਪਰ ਕਰ ਲਗਾਇਆ ਜਾਂਦਾ ਹੈ ਜੀ, ਉਸ ਤਰ੍ਹਾਂ ਵਪਾਰ ਦੇ ਉੱਪਰ ਵੀ ਕੁਝ ਕਰ ਲਗਾਇਆ ਜਾਂਦਾ ਸੀ। ਜੇਕਰ ਆਪਾਂ ਵਪਾਰ ਦੇ ਉੱਪਰ ਕਰ ਦੀ ਗੱਲ ਕਰੀਏ ਜੀ, ਤਾਂ ਵਪਾਰ ਦੇ ਉੱਪਰ ਕਰ ਲਗਾਇਆ ਜਾਂਦਾ ਸੀ 1/10। ਇਸ ਤੋਂ ਇਲਾਵਾ ਜੀ ਕੁਝ ਹੋਰ ਕਰ ਵੀ ਲਗਾਏ ਜਾਂਦੇ ਸੀ। ਇਹਨਾਂ ਦੇ ਵਿੱਚ ਮੌਜੂਦ ਸੀ ਜੀ ਜਿਵੇਂ ਸਿੰਚਾਈ ਕਰ ਜਾਂ ਕੁਝ ਹੋਰ ਕਰ ਸੀ ਜੋ ਵੱਖ-ਵੱਖ ਲੋਕਾਂ ਦੇ ਉੱਪਰ ਲਗਾਏ ਜਾਂਦੇ ਸੀ। ਵੱਖ-ਵੱਖ ਕਰ ਲਗਾਏ ਜਾਣ ਦੇ ਨਾਲ ਜੀ ਆਪਾਂ ਜਾਣਦੇ ਹਾਂ ਕਿ ਟੈਕਸ ਦੇ ਵਿੱਚ ਚੋਰੀ ਵੀ ਕੀਤੀ ਜਾਂਦੀ ਹੈ। ਇਸ ਚੋਰੀ ਨੂੰ ਰੋਕਣ ਲਈ ਜੀ ਵੱਖ-ਵੱਖ ਕਾਨੂੰਨ ਬਣਾਏ ਜਾਂਦੇ ਆ। ਆਪਾਂ ਵੇਖਦੇ ਹਾਂ ਜੀ ਕਿ ਮੌਰੀਆ ਕਾਲ ਦੇ ਸਮੇਂ ਕਿਸ ਤਰ੍ਹਾਂ ਦਾ ਕਾਨੂੰਨ ਸੀ। ਮੌਰੀਆ ਕਾਲ ਸਮੇਂ ਜੀ ਟੈਕਸ ਦੀ ਚੋਰੀ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਇੱਕ ਬਹੁਤ ਕਠੋਰ ਸਜ਼ਾ ਸੀ ਜੀ। ਇਸ ਲਈ ਕੀਤੀ ਜਾਂਦੀ ਸੀ ਕਿ ਕੋਈ ਵੀ ਜੋ ਵਿਅਕਤੀ ਹੈ ਉਹ ਟੈਕਸ ਦੀ ਚੋਰੀ ਨਾ ਕਰੇ ਅਤੇ ਰਾਜ ਨੂੰ ਜੀ ਆਮਦਨ ਵਧੀਆ ਤਰੀਕੇ ਹੋਵੇ, ਤਾਂ ਹੀ ਉਹ ਲੋਕਾਂ ਦੀ ਭਲਾਈ ਲਈ ਜੀ ਕੰਮ ਕਰ ਸਕਦਾ ਹੈ। ਮੌਰੀਆ ਕਾਲ ਸਮੇਂ ਜੀ ਵਪਾਰ ਕਰਨ ਲਈ ਜਿਸ ਪ੍ਰਸਿੱਧ ਬੰਦਰਗਾਹ ਦੀ ਵਰਤੋਂ ਕੀਤੀ ਜਾਂਦੀ ਸੀ ਉਸ ਦਾ ਨਾਮ ਸੀ ਜੀ ਬੜੌਚ। ਇਹ ਬੜੌਚ ਜੀ ਗੁਜਰਾਤ ਦੇ ਵਿੱਚ ਮੌਜੂਦ ਇੱਕ ਸਥਾਨ ਹੈ। ਇਹ ਬੰਦਰਗਾਹ ਦੀ ਵਰਤੋਂ ਜੀ ਉਸ ਸਮੇਂ ਭਾਰਤ ਦੇ ਅੰਦਰੂਨੀ ਅਤੇ ਬਾਹਰੀ ਵਪਾਰ ਕਰਨ ਲਈ ਜੀ ਕੀਤੀ ਜਾਂਦੀ ਸੀ। ਮੌਰੀਆ ਕਾਲ ਦੇ ਪ੍ਰਸ਼ਾਸਨ ਅਤੇ ਸਮਾਜਿਕ ਆਰਥਿਕ ਜੀਵਨ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਮੌਰੀਆ ਕਾਲ ਦੇ ਸਮੇਂ ਕਲਾ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਅਤੇ ਕਿਸ ਕਿਸ ਪ੍ਰਕਾਰ ਦੀਆਂ ਜੀ ਕਲਾਕ੍ਰਿਤੀਆਂ ਆਪਾਂ ਨੂੰ ਮਿਲਦੀਆਂ ਨੇ।
ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਕਿ ਸਮਰਾਟ ਅਸ਼ੋਕ ਦੇ ਸਮੇਂ ਕਲਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਜੀ, ਬਹੁਤ ਜ਼ਿਆਦਾ ਤਰੱਕੀ ਕੀਤੀ। ਅਸ਼ੋਕ ਦੇ ਸਮੇਂ ਜੀ ਆਪਾਂ ਨੂੰ 14 ਸ਼ਿਲਾਲੇਖ ਤੇ 7 ਸਤੰਭ ਮਿਲਦੇ ਆ। ਇਹ ਜੋ ਅਸ਼ੋਕ ਦੇ ਦੁਆਰਾ ਜੀ ਇਹਨਾਂ ਦਾ ਨਿਰਮਾਣ ਕਰਵਾਇਆ ਗਿਆ। ਇਹ ਸ਼ਿਲਾਲੇਖ ਕੀ ਹੁੰਦੇ ਆ ਜੀ? ਸ਼ਿਲਾ ਦਾ ਮਤਲਬ ਹੁੰਦਾ ਜੀ ਪੱਥਰ ਦਾ ਇੱਕ ਟੁਕੜਾ, ਉਸ ਦੇ ਉੱਪਰ ਜੀ ਜੇਕਰ ਲੇਖ ਲਿਖਵਾਇਆ ਜਾਂਦਾ ਜਾਂ ਕੁਝ ਵੀ ਲਿਖਵਾਇਆ ਜਾਂਦਾ ਤਾਂ ਉਸ ਨੂੰ ਬੋਲਿਆ ਜਾਂਦਾ ਹੈ ਸ਼ਿਲਾਲੇਖ। ਇਹ 14 ਸ਼ਿਲਾਲੇਖਾਂ ਦੇ ਵਿੱਚੋਂ ਜੀ ਕੁਝ ਸ਼ਿਲਾਲੇਖਾਂ ਬਾਰੇ ਆਪਾਂ ਨੂੰ ਪ੍ਰਸ਼ਨ ਆ ਜਾਂਦੇ ਆ। ਉਹ ਪ੍ਰਮੁੱਖ ਸ਼ਿਲਾਲੇਖਾਂ ਬਾਰੇ ਜੀ ਆਪਾਂ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਕਿ ਪਹਿਲਾ ਜੋ ਸ਼ਿਲਾਲੇਖ ਸੀ ਉਸ ਦੇ ਵਿੱਚ ਕੀ ਲਿਖਿਆ ਗਿਆ ਸੀ। ਇਸ ਦੇ ਵਿੱਚ ਦੱਸਿਆ ਗਿਆ ਸੀ ਜੀ ਕਿ ਪਸ਼ੂ ਹੱਤਿਆ ਕਰਨਾ ਨਿੰਦਨੀय ਕੰਮ ਆ, ਪਸ਼ੂ ਹੱਤਿਆ ਨਹੀਂ ਕਰਨੀ ਚਾਹੀਦੀ, ਉਸ ਦੇ ਬਾਰੇ ਜੀ ਇਸ ਦੇ ਵਿੱਚ ਸਿੱਖਿਆ ਦਿੱਤੀ ਗਈ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਚੌਥੇ ਸ਼ਿਲਾਲੇਖ ਬਾਰੇ। ਇਸ ਦੇ ਵਿੱਚ ਦੱਸਿਆ ਗਿਆ ਸੀ ਜੀ ਭੇਰੀ ਘੋਸ਼ ਨੂੰ ਛੱਡ ਕੇ ਧੰਮਘੋਸ਼ ਦੀ ਸ਼ੁਰੂਆਤ ਕਿਵੇਂ ਹੋਈ ਹੈ। ਇਹ ਭੇਰੀ ਘੋਸ਼ ਕੀ ਸੀ ਜੀ? ਇਹ ਸੀ ਲੜਾਈ ਦੇ ਆਧਾਰ 'ਤੇ ਰਾਜ ਕਰਨਾ ਜਾਂ ਲੜਾਈ ਦੇ ਆਧਾਰ 'ਤੇ ਸ਼ਾਸਨ ਕਰਨਾ ਜੀ, ਯੁੱਧ ਦੇ ਆਧਾਰ 'ਤੇ ਸ਼ਾਸਨ ਕਰਨਾ। ਤਾਂ ਜੋ ਧੰਮਘੋਸ਼ ਸੀ ਇਹ ਸੀ ਜੀ ਧਾਰਮਿਕ ਨੀਤੀ ਦੇ ਆਧਾਰ 'ਤੇ ਸ਼ਾਸਨ ਪ੍ਰਬੰਧ ਚਲਾਉਣਾ। ਇਸ ਦੇ ਵਿੱਚ ਦੱਸਿਆ ਗਿਆ ਜੀ ਕਿ ਕਿਸ ਤਰ੍ਹਾਂ ਸਮਰਾਟ ਅਸ਼ੋਕ ਨੇ ਭੇਰੀ ਘੋਸ਼ ਨੂੰ ਛੱਡ ਕੇ ਧੰਮਘੋਸ਼ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਜੀ ਪੰਜਵੇਂ ਸ਼ਿਲਾਲੇਖ ਨੂੰ। ਪੰਜਵੇਂ ਸ਼ਿਲਾਲੇਖ ਤੋਂ ਜੀ ਵੀ ਕਈ ਵਾਰ ਪ੍ਰਸ਼ਨ ਆ ਜਾਂਦੇ ਆ। ਇਸ ਦੇ ਵਿੱਚ ਕੀ ਲਿਖਿਆ ਗਿਆ ਸੀ ਜੀ? ਇਸ ਦੇ ਵਿੱਚ ਦੱਸਿਆ ਗਿਆ ਸੀ ਧਰਮ ਮਹਾਮਾਤਰਾਂ ਦੀ ਨਿਯੁਕਤੀ। ਇਹ ਧਰਮ ਮਹਾਮਾਤਰ ਕੌਣ ਹੁੰਦੇ ਸੀ ਜੀ? ਇਹ ਧਰਮ ਮਹਾਮਾਤਰ ਉਹਨਾਂ ਵਿਅਕਤੀਆਂ ਨੂੰ ਕਿਹਾ ਜਾਂਦਾ ਸੀ ਜੀ ਉਹ ਵੱਖ-ਵੱਖ ਥਾਵਾਂ 'ਤੇ ਜਾ ਕੇ ਧਰਮ ਦਾ ਪ੍ਰਚਾਰ ਕਰਦੇ ਸੀ। ਉਸ ਤੋਂ ਬਾਅਦ ਜੋ ਸ਼ਿਲਾਲੇਖ ਬਾਰੇ ਪੁੱਛਿਆ ਜਾਂਦਾ ਹੈ ਜੀ ਉਹ ਹੈ 7ਵਾਂ ਸ਼ਿਲਾਲੇਖ। ਇਸ ਦੇ ਵਿੱਚ ਦੱਸਿਆ ਗਿਆ ਸੀ ਜੀ ਅਸ਼ੋਕ ਦੀਆਂ ਧਰਮ ਯਾਤਰਾਵਾਂ। ਜਦੋਂ ਅਸ਼ੋਕ ਨੇ ਜੀ ਧੰਮਘੋਸ਼ ਦੀ ਸ਼ੁਰੂਆਤ ਕਰ ਲਈ ਸੀ, ਉਹਨੇ ਧਾਰਮਿਕ ਨੀਤੀ ਦੀ ਜੋ ਵਰਤੋਂ ਕਰਨੀ ਸ਼ੁਰੂ ਕਰਤੀ ਸੀ ਜੀ, ਅਤੇ ਉਸ ਤੋਂ ਬਾਅਦ ਜੀ ਅਸ਼ੋਕ ਨੇ ਕੁਝ ਯਾਤਰਾਵਾਂ ਕੀਤੀਆਂ ਜੀ, ਜੋ ਧਾਰਮਿਕ ਯਾਤਰਾਵਾਂ ਸੀ ਉਹਨਾਂ ਦੇ ਬਾਰੇ ਡਿਟੇਲ ਜੀ ਆਪਾਂ ਨੂੰ 7ਵੇਂ ਸ਼ਿਲਾਲੇਖ 'ਚ ਮਿਲਦੀ ਹੈ। ਅਤੇ ਸਭ ਤੋਂ ਲਾਸਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ 13ਵੇਂ ਸ਼ਿਲਾਲੇਖ ਬਾਰੇ, ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ। 13ਵੇਂ ਸ਼ਿਲਾਲੇਖ ਵਿੱਚ ਦੱਸਿਆ ਗਿਆ ਸੀ ਜੀ ਕਲਿੰਗ ਯੁੱਧ ਦੇ ਬਾਰੇ। ਕਲਿੰਗ ਯੁੱਧ ਹੋਇਆ ਸੀ ਜੀ 261 BC ਵਿੱਚ, 261 ਈਸਾ ਪੂਰਵ ਵਿੱਚ। ਇਸ ਦੇ ਵਿੱਚ ਦੱਸਿਆ ਗਿਆ ਜੀ ਕਿ ਕਿਸ ਤਰ੍ਹਾਂ ਅਸ਼ੋਕ ਦਾ ਹਿਰਦੇ ਪਰਿਵਰਤਨ ਹੋਇਆ। ਜਦੋਂ ਅਸ਼ੋਕ ਨੇ ਜੀ ਕਲਿੰਗ ਯੁੱਧ ਕੀਤਾ ਤਾਂ ਕਲਿੰਗ ਯੁੱਧ ਉਸਨੇ ਜਿੱਤ ਲਿਆ। ਤਾਂ ਉਸਨੇ ਦੇਖਿਆ ਜੀ ਕਿ ਕਲਿੰਗ ਯੁੱਧ ਦੇ ਵਿੱਚ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ, ਬਹੁਤ ਜ਼ਿਆਦਾ ਨਿਰਦੋਸ਼ ਲੋਕ ਮਾਰੇ ਗਏ ਆ। ਅਤੇ ਇਸ ਯੁੱਧ ਦੇ ਜੀ ਇਸ ਸੀਨ ਨੂੰ ਜਾਂ ਇਸ ਦ੍ਰਿਸ਼ ਨੂੰ ਦੇਖ ਕੇ ਅਸ਼ੋਕ ਦਾ ਹਿਰਦੇ ਪਰਿਵਰਤਨ ਹੋ ਗਿਆ। ਉਸਨੇ ਯੁੱਧ ਕਰਨਾ ਬੰਦ ਕਰ ਦਿੱਤਾ ਜੀ ਅਤੇ ਉਸਨੇ ਬੁੱਧ ਧਰਮ ਨੂੰ ਅਪਣਾ ਲਿਆ। ਇਸ ਯੁੱਧ ਤੋਂ ਬਾਅਦ ਜੀ ਅਸ਼ੋਕ ਨੇ ਕਦੇ ਵੀ ਕੋਈ ਲੜਾਈ ਨਹੀਂ ਲੜੀ ਜੀ, ਤਾਂ ਉਸਨੇ ਧਰਮ ਦੇ ਪ੍ਰਚਾਰ ਨੂੰ ਹੀ ਜੀ ਆਪਣਾ ਪ੍ਰਮੁੱਖ ਕੰਮ ਬਣਾ ਲਿਆ। ਉਸਨੇ ਧਾਰਮਿਕ ਨੀਤੀ ਦੁਆਰਾ ਹੀ ਜੀ ਸਾਰਾ ਸ਼ਾਸਨ ਪ੍ਰਬੰਧ ਚਲਾਇਆ। ਉਸਨੇ ਜੀ ਵੱਖ-ਵੱਖ ਜਗ੍ਹਾ 'ਤੇ ਜਾ ਕੇ ਧਰਮ ਪ੍ਰਚਾਰ ਕੀਤਾ, ਮਹਾਮਾਤਰਾ ਦੀ ਨਿਯੁਕਤੀ ਕੀਤੀ, ਉਹਨਾਂ ਦੁਆਰਾ ਵੀ ਜੀ ਧਰਮ ਦਾ ਪ੍ਰਚਾਰ ਕੀਤਾ। ਅਤੇ ਹੋਰ ਵੀ ਬਹੁਤ ਸਾਰੇ ਕੰਮ ਆ ਜੀ ਜੋ ਉਸਨੇ ਆਪਣੇ ਧਰਮ ਦੇ ਪ੍ਰਚਾਰ ਲਈ ਕੀਤੇ, ਉਹਨਾਂ ਬਾਰੇ ਜੀ ਆਪਾਂ ਲਾਸਟ ਦੇ ਵਿੱਚ ਪੜ੍ਹਦੇ ਹਾਂ। ਵੱਖ-ਵੱਖ ਸ਼ਿਲਾਲੇਖਾਂ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਜੋ ਅਸ਼ੋਕ ਦੇ ਸ਼ਿਲਾਲੇਖ ਸੀ ਇਹਨਾਂ ਦੀ ਖੋਜ ਕਿਸ ਦੁਆਰਾ ਕੀਤੀ ਗਈ ਹੈ ਅਤੇ ਕਿਸ ਨੇ ਇਹਨਾਂ ਸ਼ਿਲਾਲੇਖਾਂ ਨੂੰ ਪੜ੍ਹਿਆ ਹੈ ਜੀ। ਜੇਕਰ ਆਪਾਂ ਖੋਜ ਦੀ ਗੱਲ ਕਰੀਏ ਜੀ ਤਾਂ ਖੋਜ ਕੀਤੀ ਗਈ ਸੀ 1750 ਈਸਵੀ ਦੇ ਵਿੱਚ ਫੈਲਕਨਰ ਨਾਂ ਦੇ ਇੱਕ ਅੰਗਰੇਜ਼ ਅਧਿਕਾਰੀ ਦੁਆਰਾ ਜੀ। 1750 ਈਸਵੀ ਹੈ ਜੀ, ਇਹ ਯਾਦ ਰੱਖਿਓ। ਜੋ ਫੈਲਕਨਰ ਨੇ ਜੀ ਇਹ ਖੋਜ ਕੀਤੀ ਸੀ ਪਰ ਉਹ ਇਸ ਨੂੰ ਪੜ੍ਹ ਨਹੀਂ ਸਕਿਆ ਸੀ ਕਿਉਂਕਿ ਜੋ ਇਹ ਸ਼ਿਲਾਲੇਖਾਂ ਦੇ ਉੱਪਰ ਲਿਪੀ ਸੀ ਜੀ 1750 ਦੇ ਵਿੱਚ ਕੋਈ ਵੀ ਵਿਅਕਤੀ ਜੀ ਇਸ ਨੂੰ ਪੜ੍ਹਨ ਦੇ ਕਾਬਿਲ ਨਹੀਂ ਸੀ, ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਹੜੀ ਲਿਪੀ ਲਿਖੀ ਹੋਈ ਹੈ ਜੀ। ਅਤੇ ਜੋ ਵਿਅਕਤੀ ਦੁਆਰਾ ਜੀ ਇਹਨਾਂ ਨੂੰ ਪੜ੍ਹਿਆ ਗਿਆ ਅਤੇ ਇਹਨਾਂ ਨੂੰ ਸਮਝਿਆ ਗਿਆ ਉਹ ਸੀ ਜੀ ਜੇਮਸ ਪ੍ਰਿੰਸਿਪ। ਇਸ ਨੇ ਜੀ 1837 ਈਸਵੀ ਵਿੱਚ ਇਹਨਾਂ ਸ਼ਿਲਾਲੇਖਾਂ ਨੂੰ ਪੜ੍ਹਿਆ ਅਤੇ ਦੱਸਿਆ ਜੀ ਕਿ ਇਹਨਾਂ ਦੇ ਵਿੱਚ ਕੀ ਕੀ ਲਿਖਿਆ ਗਿਆ ਹੈ। ਜੇਕਰ ਆਪਾਂ ਸ਼ਿਲਾਲੇਖਾਂ ਦੀ ਲਿਪੀ ਬਾਰੇ ਗੱਲ ਕਰੀਏ ਤਾਂ ਜੀ ਇਸ ਦੇ ਵਿੱਚ 4 ਲਿਪੀਆਂ ਦਾ ਪ੍ਰਯੋਗ ਕੀਤਾ ਗਿਆ। ਇਹਨਾਂ ਦੇ ਵਿੱਚ ਪਹਿਲੀ ਸੀ ਜੀ ਬ੍ਰਾਹਮੀ, ਦੂਸਰੀ ਸੀ ਜੀ ਖਰੋਸਟੀ, ਤੀਜੀ ਸੀ ਆਰਮਾਇਕ ਅਤੇ ਚੌਥੀ ਸੀ ਜੀ ਯੂਨਾਨੀ ਜਾਂ ਜਿਸ ਨੂੰ ਆਪਾਂ ਗ੍ਰੀਕ ਲਿਪੀ ਕਹਿ ਸਕਦੇ ਹਾਂ। ਇੱਥੇ ਜੀ ਮਿਸਟੇਕ ਹੋ ਗਈ ਹੈ, ਖਰੋਸਟੀ ਲਿਖਿਆ ਗਿਆ ਚੌਥੇ ਨੰਬਰ 'ਤੇ, ਇਹ ਗ੍ਰੀਕ ਜਾਂ ਯੂਨਾਨੀ ਲਿਪੀ ਇੱਥੇ ਵਰਤੀ ਗਈ ਸੀ ਜੀ। ਇਹ ਯਾਦ ਰੱਖਿਓ ਜੀ ਲਿਪੀਆਂ ਕਿਹੜੀਆਂ ਕਿਹੜੀਆਂ ਸਨ। ਸ਼ਿਲਾਲੇਖਾਂ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਸ਼ੋਕ ਦੇ ਸਤੰਭਾਂ ਦੀ। ਆਪਾਂ ਨੂੰ ਜੀ ਟੋਟਲ 7 ਸਤੰਭ ਮਿਲਦੇ ਆ। ਇਹਨਾਂ ਵਿੱਚੋਂ ਜੀ ਜੋ ਸਭ ਤੋਂ ਪ੍ਰਸਿੱਧ ਸਤੰਭ ਆ ਉਹ ਹੈ ਸਾਰਨਾਥ ਦਾ ਸਤੰਭ, ਜਿਸ ਦੀ ਜੀ ਨਾਲ ਪਿਕਚਰ ਐਡ ਕੀਤੀ ਹੋਈ ਹੈ ਜੀ। ਅਸ਼ੋਕ ਦੇ ਦੁਆਰਾ ਜੀ ਜੋ ਇਹ ਸਤੰਭ ਬਣਵਾਏ ਗਏ ਸੀ ਇਹ ਪੱਥਰ ਦੇ ਉੱਪਰ ਹੀ ਜੀ ਅਤੇ ਕਲਾਕ੍ਰਿਤੀਆਂ ਬਣਵਾਈਆਂ ਜਾਂਦੀਆਂ ਸੀ। ਜੋ ਅਸ਼ੋਕ ਚਿੰਨ੍ਹ ਆ ਜੀ ਆਪਣਾ 4 ਸ਼ੇਰਾਂ ਵਾਲਾ, ਜਿਸ ਦਾ ਉੱਪਰ ਵਾਲਾ ਚਿੰਨ੍ਹ ਆ ਜੀ ਇਹ ਵੀ ਆਪਾਂ ਜੀ ਇਸੇ ਸਾਰਨਾਥ ਸਤੰਭ ਤੋਂ ਲਿਆ ਹੋਇਆ ਜੀ। ਇਸ ਦੇ ਵਿੱਚ ਜੀ ਆਪਾਂ ਨੂੰ ਕਿਸੇ ਵੀ ਸਾਈਡ ਤੋਂ ਦੇਖਦੇ ਹਾਂ ਤਾਂ 3 ਸ਼ੇਰ ਦਿਖਦੇ ਆ ਕਿਉਂਕਿ ਜੋ ਚੌਥਾ ਸ਼ੇਰ ਆ ਜੀ ਉਸ ਦਾ ਮੂੰਹ ਦੂਸਰੀ ਸਾਈਡ ਨੂੰ ਹੁੰਦਾ, ਓਪੋਜ਼ਿਟ ਸਾਈਡ ਨੂੰ ਹੁੰਦਾ। ਇਹ 4 ਸ਼ੇਰਾਂ ਵਾਲਾ ਚਿੰਨ੍ਹ ਹੁੰਦਾ ਜੀ। ਇਸ ਤੋਂ ਇਲਾਵਾ ਜੀ ਜੋ ਅਸ਼ੋਕ ਚੱਕਰ ਲਿਆ ਗਿਆ ਜੀ, ਜੋ ਆ ਨੀਚੇ ਵਾਲਾ ਜੀ ਜਿੱਥੇ ਟਿਕ ਦਿਖਾ ਰਹੇ ਆ
ਇਹ ਵਾਲਾ ਵੀ ਜੀ ਆਪਾਂ ਨੂੰ ਸਾਰਨਾਥ ਦੇ ਸਤੰਭ ਤੋਂ ਮਿਲਦਾ। ਇਹ ਆਪਣੇ ਤਿਰੰਗੇ ਝੰਡੇ ਦੇ ਵਿੱਚ ਹੁੰਦਾ ਹੈ ਜੀ। ਅਤੇ ਇਸ ਦੀਆਂ ਜੋ ਲਾਈਨਾਂ ਹੁੰਦੀਆਂ ਜੀ, ਇਸ ਦੇ ਵਿੱਚ ਤੀਲੀਆਂ ਹੁੰਦੀਆਂ ਅਸ਼ੋਕ ਚੱਕਰ ਦੇ ਵਿੱਚ, ਇਹਨਾਂ ਦੀ ਗਿਣਤੀ 24 ਹੁੰਦੀ ਹੈ ਜੀ। ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਹੈ। ਜੋ 4 ਸ਼ੇਰਾਂ ਵਾਲਾ ਅਸ਼ੋਕ ਚਿੰਨ੍ਹ ਆ ਜੀ, ਇਸ ਦੇ ਇਲਾਵਾ ਵੀ ਜੋ ਇਹ ਸਾਰਨਾਥ ਦਾ ਸਤੰਭ ਆ ਜੀ, ਇਸ ਦੇ ਉੱਪਰ ਕੁਝ ਹੋਰ ਜਾਨਵਰਾਂ ਦੇ ਚਿੱਤਰ ਬਣੇ ਹੋਏ ਆ। ਇਹ ਜਾਨਵਰ ਕਿਹੜੇ ਕਿਹੜੇ ਆ ਜੀ? ਇਹਨਾਂ ਵਿੱਚ ਹੈ ਘੋੜਾ, ਹਾਥੀ, ਸ਼ੇਰ ਅਤੇ ਬਲਦ। ਜਿਵੇਂ ਤੁਸੀਂ ਦੇਖ ਰਹੇ ਹੋ ਜੀ, ਜੋ ਅਸ਼ੋਕ ਚਿੰਨ੍ਹ ਆ, ਇਸ ਦੇ ਨਾਲ ਘੋੜਾ ਅਤੇ ਹਾਥੀ ਆਪਾਂ ਨੂੰ ਦਿਖ ਰਹੇ ਆ, ਅਤੇ ਦੂਸਰੇ ਜੋ 2 ਜਾਨਵਰ ਆ ਉਹ ਦੂਸਰੀ ਸਾਈਡ 'ਤੇ ਰਹਿ ਜਾਂਦੇ ਆ ਜੀ। ਇਹ ਜਾਨਵਰਾਂ ਨੂੰ ਜੀ ਯਾਦ ਰੱਖਣ ਲਈ ਇੱਕ ਸੌਖੀ ਜਿਹੀ ਟ੍ਰਿਕ ਆ। ਇੱਕ ਤੁਸੀਂ ਵਰਡ ਯਾਦ ਰੱਖਣਾ ਹੈ ਜੀ, ਹੈਲੋ। ਇਸ ਹੈਲੋ ਵਰਡ ਤੋਂ ਤੁਸੀਂ ਜਾਨਵਰਾਂ ਦੇ ਨਾਮ ਕਿਵੇਂ ਯਾਦ ਰੱਖ ਸਕਦੇ ਹੋ ਜੀ? ਇਹ ਦੇਖੋ, H ਫੋਰ ਆ ਜਾਏਗਾ ਜੀ ਹੌਰਸ, E ਫੋਰ ਆ ਜਾਏਗਾ ਜੀ ਐਲੀਫੈਂਟ, L ਫੋਰ ਆ ਜਾਏਗਾ ਜੀ ਲਾਇਨ, ਅਤੇ O ਫੋਰ ਆ ਜਾਏਗਾ ਜੀ ਔਕਸ। ਇਸ ਤਰ੍ਹਾਂ ਜੀ ਆਪਾਂ ਇਹ ਚਾਰੋਂ ਜਾਨਵਰਾਂ ਦੇ ਨਾਮ ਯਾਦ ਰੱਖ ਸਕਦੇ ਹਾਂ। E ਹੌਰਸ, ਐਲੀਫੈਂਟ, ਲਾਇਨ ਅਤੇ ਔਕਸ। ਔਕਸ ਮੀਨਸ ਬਲਦ ਜੀ। ਜਿਸ ਤਰ੍ਹਾਂ ਜੀ ਇਹ ਸਾਰਨਾਥ ਦੇ ਸਤੰਭ ਉੱਪਰ ਜੀ 4 ਸ਼ੇਰਾਂ ਵਾਲਾ ਚਿੰਨ੍ਹ, ਜਿਸ ਨੂੰ ਆਪਾਂ ਅਸ਼ੋਕ ਚਿੰਨ੍ਹ ਕਹਿੰਦੇ ਹਾਂ, ਇਹ ਬਣਿਆ ਹੋਇਆ। ਇਸ ਤਰ੍ਹਾਂ ਜੀ ਜੋ ਵੱਖ-ਵੱਖ ਸਤੰਭ ਮਿਲਦੇ ਆ, ਉਹਨਾਂ ਦੇ ਉੱਪਰ ਜੀ ਹੋਰ ਜਾਨਵਰਾਂ ਦੀਆਂ ਆਕ੍ਰਿਤੀਆਂ ਬਣੀਆਂ ਹੋ ਜਾਣਗੀਆਂ। ਜਿਸ ਤਰ੍ਹਾਂ ਕਈਆਂ ਦੇ ਉੱਪਰ ਜੀ ਇੱਕ ਸ਼ੇਰ ਬਣਿਆ ਹੋਇਆ, ਕਈਆਂ ਦੇ ਉੱਪਰ ਬਲਦ ਦੀ ਆਕ੍ਰਿਤੀ ਵੀ ਬਣੀ ਹੋਈ ਹੈ ਜੀ। ਮੌਰੀਆ ਕਾਲ ਦੀ ਕਲਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਅਸ਼ੋਕ ਦਾ ਧਰਮ ਕੀ ਸੀ। ਜੋ ਅਸ਼ੋਕ ਦਾ ਧਰਮ ਸੀ ਜੀ, ਇਸ ਨੂੰ ਬਾਕੀ ਸਭ ਧਰਮਾਂ ਦਾ ਜੀ ਆਪਾਂ ਸਾਰ ਮੰਨ ਸਕਦੇ ਹਾਂ। ਅਸ਼ੋਕ ਨੇ ਵੈਸੇ ਜੀ ਬੁੱਧ ਧਰਮ ਨੂੰ ਅਪਣਾਇਆ ਸੀ, ਪਰ ਇਸ ਨੇ ਜੀ ਬੁੱਧ ਧਰਮ ਦੀਆਂ ਸਿੱਖਿਆਵਾਂ ਤੋਂ ਵੀ ਵੱਧ ਕੇ ਕੁਝ ਕਾਰਜ ਕੀਤੇ ਆ ਜੀ। ਉਹਨਾਂ ਬਾਰੇ ਹੁਣ ਆਪਾਂ ਵੇਖ ਲੈਂਦੇ ਹਾਂ। ਅਸ਼ੋਕ ਨੇ ਜੀ ਸਭ ਤੋਂ ਪਹਿਲਾਂ ਕਿਹੜੀ ਸਿੱਖਿਆ ਦਿੱਤੀ? ਉਸ ਨੇ ਸਿੱਖਿਆ ਦਿੱਤੀ ਜੀ ਆਪਾਂ ਨੂੰ ਅਹਿੰਸਾ ਦੇ ਰਸਤੇ 'ਤੇ ਚੱਲਣਾ ਚਾਹੀਦਾ ਹੈ। ਆਪਾਂ ਜਾਣਦੇ ਹਾਂ ਜੀ ਕਿ ਅਸ਼ੋਕ ਨੇ ਖੁਦ ਵੀ ਯੁੱਧ ਨੀਤੀਆਂ ਨੂੰ ਛੱਡ ਕੇ ਧਰਮ ਦੀ ਨੀਤੀ 'ਤੇ ਸ਼ਾਸਨ ਕੀਤਾ ਸੀ। ਇਸ ਲਈ ਜੀ ਉਸਨੇ ਦੂਜੇ ਲੋਕਾਂ ਨੂੰ, ਪ੍ਰਜਾ ਨੂੰ ਵੀ ਜੀ ਅਹਿੰਸਾ 'ਤੇ ਚੱਲਣ ਦੀ ਸਿੱਖਿਆ ਦਿੱਤੀ। ਅਸ਼ੋਕ ਨੇ ਜੀ ਸਤੂਪਾਂ ਦਾ ਨਿਰਮਾਣ ਕਰਵਾਇਆ। ਜੋ ਤੁਸੀਂ ਨਾਲ ਪਿਕਚਰ ਦੇਖ ਰਹੇ ਹੋ ਜੀ, ਇਸ ਨੂੰ ਸਤੂਪ ਕਿਹਾ ਜਾਂਦਾ ਹੈ ਜੀ। ਇਸ ਤਰ੍ਹਾਂ ਦੇ ਬਹੁਤ ਸਾਰੇ ਸਤੂਪਾਂ ਦਾ ਨਿਰਮਾਣ ਅਸ਼ੋਕ ਦੇ ਦੁਆਰਾ ਕਰਵਾਇਆ ਗਿਆ ਜੀ। ਜੋ ਸਭ ਤੋਂ ਪ੍ਰਸਿੱਧ ਸਤੂਪ ਆ ਜੀ, ਉਹ ਹੈ ਸਾਂਚੀ ਦਾ ਸਤੂਪ ਜੀ। ਇਹ ਸਤੂਪ ਕੀ ਹੁੰਦਾ ਸੀ ਜੀ? ਹੁਣ ਆਪਾਂ ਇਸ ਬਾਰੇ ਗੱਲ ਕਰਦੇ ਹਾਂ। ਇਹ ਸਤੂਪ ਜੀ ਭਿਕਸ਼ੂ ਅਤੇ ਭਿਕਸ਼ੂਣੀਆਂ ਜੋ ਬੁੱਧ ਧਰਮ ਨੂੰ ਮੰਨਣ ਵਾਲੇ ਹੁੰਦੇ ਸੀ ਜੀ, ਉਹਨਾਂ ਦੀਆਂ ਅਸਥੀਆਂ ਰੱਖਣ ਲਈ ਇੱਕ ਥਾਂ ਹੁੰਦੀ ਸੀ ਜੀ। ਉਸ ਇਮਾਰਤ ਨੂੰ ਸਤੂਪ ਕਿਹਾ ਜਾਂਦਾ ਸੀ। ਜਿਵੇਂ ਕਿ ਵੀਡੀਓ ਵਿੱਚ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ ਕਿ ਅਸ਼ੋਕ ਦੇ ਦੁਆਰਾ ਵੱਖ-ਵੱਖ ਧਰਮ ਯਾਤਰਾਵਾਂ ਕੀਤੀਆਂ ਗਈਆਂ ਤਾਂ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਸਕੇ ਜੀ। ਹੁਣ ਆਪਾਂ ਇਹ ਜਾਣਦੇ ਹਾਂ ਜੀ ਕਿ ਜੋ ਧਰਮ ਯਾਤਰਾਵਾਂ ਸੀ, ਇਹਨਾਂ ਦੀ ਸ਼ੁਰੂਆਤ ਕਦੋਂ ਹੋਈ ਹੈ ਅਤੇ ਕਿਹੜੀ-ਕਿਹੜੀ ਜਗ੍ਹਾ ਦੀ ਜੀ ਯਾਤਰਾ ਅਸ਼ੋਕ ਦੇ ਦੁਆਰਾ ਕੀਤੀ ਗਈ ਹੈ। ਜਦੋਂ ਕਲਿੰਗ ਯੁੱਧ ਹੋਇਆ ਜੀ 261 ਈਸਾ ਪੂਰਵ 'ਚ, ਉਸ ਤੋਂ ਬਾਅਦ ਜੀ ਜੋ ਅਸ਼ੋਕ ਹੈ, ਇਸ ਨੇ ਧਰਮ ਨੀਤੀ ਦੀ ਸ਼ੁਰੂਆਤ ਕੀਤੀ ਹੈ ਜੀ, ਅਤੇ ਇਸ ਨੇ ਧਰਮ ਦੀਆਂ ਯਾਤਰਾਵਾਂ ਸੀ, ਜੋ ਧਰਮ ਯਾਤਰਾਵਾਂ ਸੀ, ਉਹਨਾਂ ਦੀ ਸ਼ੁਰੂਆਤ ਕੀਤੀ ਹੈ। ਹੁਣ ਆਪਾਂ ਵੇਖਦੇ ਹਾਂ ਜੀ ਕਿ ਕਦੋਂ ਕਿਹੜੀ ਜਗ੍ਹਾ ਦੀ ਯਾਤਰਾ ਅਸ਼ੋਕ ਦੁਆਰਾ ਕੀਤੀ ਗਈ ਆ। ਅਸ਼ੋਕ ਨੇ ਜੀ ਆਪਣੇ ਰਾਜ ਦੇ 10ਵੇਂ ਸਾਲ ਵਿੱਚ ਬੋਧ ਗਇਆ ਦੀ ਯਾਤਰਾ ਕੀਤੀ ਹੈ। ਜੋ ਯੁੱਧ ਹੋਇਆ ਸੀ ਜੀ, ਇਹ 9ਵੇਂ ਸਾਲ ਵਿੱਚ ਹੋਇਆ ਸੀ, ਉਸ 'ਤੇ ਰਾਜਗੱਦੀ 'ਤੇ ਬੈਠਣ ਦੇ 9ਵੇਂ ਸਾਲ 'ਤੇ। ਅਤੇ ਜੋ ਉਸਨੇ ਜੀ ਯਾਤਰਾ ਪਹਿਲੀ ਯਾਤਰਾ ਕੀਤੀ ਹੈ, ਉਹ ਕੀਤੀ ਹੈ ਜੀ 10ਵੇਂ ਸਾਲ 'ਤੇ। ਉਸਨੇ ਸਭ ਤੋਂ ਪਹਿਲਾਂ ਗਿਆ ਜੀ ਬੋਧ ਗਿਆ। ਇਹ ਬੋਧ ਗਿਆ ਕਿਹੜੀ ਸਥਾਨ ਸੀ ਜੀ? ਇਹ ਉਹ ਸਥਾਨ ਸੀ ਜੀ ਜਿੱਥੇ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ ਜੀ। ਉਸ ਤੋਂ ਬਾਅਦ ਜੀ ਅਸ਼ੋਕ ਨੇ ਆਪਣੇ ਰਾਜ ਦੇ 20ਵੇਂ ਸਾਲ ਵਿੱਚ ਜੀ ਯਾਤਰਾ ਕੀਤੀ ਹੈ, ਅਤੇ ਫਿਰ ਉਹ ਗਿਆ ਸੀ ਜੀ ਲੁੰਬਣੀ ਵਿਖੇ। ਇਹ ਲੁੰਬਣੀ ਕਿਹੜਾ ਸਥਾਨ ਆ ਜੀ? ਇਹ ਉਹ ਸਥਾਨ ਸੀ ਜਿੱਥੇ ਬੁੱਧ ਦਾ ਜਨਮ ਹੋਇਆ ਜੀ। ਅਸ਼ੋਕ ਨੇ ਜੀ ਬੁੱਧ ਧਰਮ ਦੇ ਪ੍ਰਚਾਰ ਲਈ ਧਰਮ ਮਹਾਮਾਤਰਾਂ ਦੀ ਨਿਯੁਕਤੀ ਕੀਤੀ ਅਤੇ ਉਹਨਾਂ ਦੁਆਰਾ ਵੀ ਜੀ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਜੀ ਜੋ ਅਸ਼ੋਕ ਸੀ, ਉਸਨੇ ਆਪਣੇ ਪੁੱਤਰ ਮਹਿੰਦਰ ਅਤੇ ਆਪਣੇ ਪੁੱਤਰ ਸੰਘਮਿੱਤਰਾ ਨੂੰ ਵੀ ਜੀ ਧਰਮ ਦੇ ਪ੍ਰਚਾਰ ਦੇ ਕੰਮ ਵਿੱਚ ਲਾਇਆ। ਉਸਨੇ ਆਪਣੇ ਪੁੱਤਰ ਅਤੇ ਪੁੱਤਰੀ ਨੂੰ ਜੀ ਸ਼੍ਰੀਲੰਕਾ ਅਤੇ ਨੇਪਾਲ ਦੇ ਵਿੱਚ ਭੇਜਿਆ ਤਾਂ ਕਿ ਉੱਥੋਂ ਦੇ ਵੀ ਲੋਕ ਅਤੇ ਉੱਥੋਂ ਦੇ ਜੋ ਸ਼ਾਸਕ ਆ ਜੀ, ਉਹ ਵੀ ਬੁੱਧ ਧਰਮ ਦੇ ਨਾਲ ਜੁੜ ਸਕਣ। ਇਸ ਤੋਂ ਇਲਾਵਾ ਵੀ ਜੀ ਅਸ਼ੋਕ ਨੇ ਬਹੁਤ ਸਾਰੇ ਸਮਾਜ ਸੁਧਾਰਕ ਕੰਮ ਕੀਤੇ। ਉਸਨੇ ਜੀ ਲੋਕਾਂ ਲਈ ਹਸਪਤਾਲਾਂ ਦਾ ਨਿਰਮਾਣ ਕਰਵਾਇਆ, ਖੂਹਾਂ ਦੀ ਖੁਦਵਾਈ ਕਰਵਾਈ ਜੀ। ਅਸ਼ੋਕ ਨੇ ਬਹੁਤ ਸਾਰੀਆਂ ਸ਼ਰਾਵਾਂ ਵੀ ਬਣਵਾਈਆਂ। ਇੱਥੋਂ ਤੱਕ ਕਿ ਜੀ ਜੋ ਅਸ਼ੋਕ ਸੀ, ਉਸਨੇ ਜਾਨਵਰਾਂ ਲਈ ਵੀ ਜੀ ਹਸਪਤਾਲਾਂ ਦਾ ਨਿਰਮਾਣ ਕਰਵਾਇਆ। ਇਸ ਲਈ ਜੀ ਅਸ਼ੋਕ ਨੂੰ ਇੱਕ ਮਹਾਨ ਸਮਰਾਟ ਕਿਹਾ ਜਾਂਦਾ ਹੈ, ਕਿਉਂਕਿ ਅਸ਼ੋਕ ਤੋਂ ਬਿਨਾਂ ਜੀ ਕੋਈ ਵੀ ਇਤਿਹਾਸ ਦੇ ਵਿੱਚ ਅਜਿਹਾ ਵਿਅਕਤੀ ਨਹੀਂ ਹੋਇਆ, ਅਜਿਹਾ ਸ਼ਾਸਕ ਨਹੀਂ ਹੋਇਆ ਜਿਸ ਨੇ ਇੰਨਾ ਸਮਾਜ ਸੁਧਾਰ ਕੀਤਾ ਹੋਵੇ ਜੀ, ਅਤੇ ਯੁੱਧ ਦੀ ਨੀਤੀ ਨੂੰ ਛੱਡਿਆ ਹੋਵੇ ਤਾਂ ਧਰਮ ਦਾ ਪ੍ਰਚਾਰ ਕੀਤਾ ਹੋਵੇ। ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। PDF ਲੈਣ ਲਈ ਜੀ ਨੀਚੇ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ, ਉਹ ਲਿੰਕ ਨੂੰ ਜਾ ਕੇ ਫੋਲੋ ਕਰੋ। ਉੱਥੇ ਜਾ ਕੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਉੱਥੇ ਤੁਹਾਨੂੰ ਜੀ ਸਾਰੇ PDF ਮਿਲ ਜਾਣਗੇ। ਵੀਡੀਓ ਚੰਗੀ ਲੱਗੀ ਹੈ ਤਾਂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ, ਅਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ, ਅਤੇ ਜੋ ਆਨਸਰ ਪੁੱਛੇ ਗਏ ਆ ਜੀ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ।
ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਵੀਡੀਓ ਚੰਗੀ ਲੱਗੀ ਤੇ ਜੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਬਾਰੇ ਆਪਣੇ ਵਿਚਾਰ ਜੀ ਕਮੈਂਟਾਂ ਵਿੱਚ ਜ਼ਰੂਰ ਦੱਸੋ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ, ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਵੇ, ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।